ਜੀ ਇਹਨਾਂ ਦੇ ਸਹੁਰੇ ਪਰਿਵਾਰ ਨੇ ਦੀ ਸਾਜ਼ਿਸ਼ ਤਹਿਤ ਨਾ ਇਹਨਾਂ ਦੇ ਹਸਬੈਂਡ ਨੇ ਇਹਨਾਂ ਦੇ ਉੱਪਰ ਡੀਜ਼ਲ ਪਾ ਕੇ ਇਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। 35% ਸਵੇਅਰ ਬਰਨ ਇੰਜਰੀਜ਼ ਆਈਆਂ ਨੇ। ਪੇਟ ਤੋਂ ਪ੍ਰੈਗਨੈਂਟ ਹੈ, 2 ਬੱਚੇ ਨੇ ਇਹਨਾਂ ਦੇ ਪੇਟ 'ਚ। ਇਹ ਚਾਹੁੰਦੇ ਸੀ ਬਸ ਇਹਨਾਂ ਨੂੰ ਇੱਥੇ ਹੀ ਖ਼ਤਮ ਕਰ ਦਿੱਤਾ ਜਾਏ। ਇਹਨਾਂ ਨੇ ਕਦੇ ਮੈਨੂੰ ਕਿਚਨ ਵਿੱਚ ਵੜਨ ਨਹੀਂ ਦਿੱਤਾ। ਮੈਂ ਜਿਸ ਚੀਜ਼ ਨੂੰ ਹੱਥ ਲਾਉਂਦੀ ਉਹੀ ਚੁੱਕ ਕੇ ਅੰਦਰ ਰੱਖ ਦਿੰਦੇ ਸੀ। ਸਾਰਾ ਦਿਨ ਮੈਨੂੰ ਗਾਲੀ ਗਲੋਚ ਹੀ ਚੱਲਦਾ ਹੁੰਦਾ ਸੀ। ਬਸ ਇਹੀ ਸਾਰੇ ਤਾਨੇ ਮਾਰਦੇ ਸੀ, ਤੇਰੇ ਮਾਂ ਪਿਓ ਨੇ ਕੀ ਦਿੱਤਾ, ਤੇਰੇ ਮਾਂ ਪਿਓ ਨੇ ਕੀ ਦਿੱਤਾ। प्रशासन तो ही मांगा कि मेरा इंसाफ मैंने दिता जाए। मेरे बच्चे मेरे 2 बच्चे मेरे आने वाले हैं। मेरा एक बच्चा है 6 साल का। मेरे उन्होंने परवरिश लिए मैंने उन्होंने परवरिश लिए इंसाफ चाहिए। सब पुछो ना कि जो इस हालात 'ਚ ਸਾਡੀ ਧੀ ਨਿਕਲੀ ਹੈ, ਪਰਮਾਤਮਾ ਕਿਸੇ ਦੁਸ਼ਮਣ ਨੂੰ ਵੀ ਨਾ ਕੱਢੇ। ਮਤਲਬ ਇੰਨਾ ਸਾਡੀ ਧੀ 'ਤੇ ਮਤਲਬ ਜ਼ੁਲਮ ਹੋਇਆ। ਮਤਲਬ ਇਸ ਸਥਿਤੀ 'ਚ ਪਹੁੰਚ ਗਿਆ ਕਿ ਹੁਣ ਪਤਾ ਨਹੀਂ ਅੱਗੇ ਦੀ ਲਾਈਫ ਕਿੱਦਾਂ ਦੀ ਰਹੂਗੀ, ਕੀ ਆ ਸਾਨੂੰ ਹੁਣ ਕੁਝ ਨਹੀਂ ਪਤਾ। ਹੁਣ ਤਾਂ ਵਾਹਿਗੁਰੂ ਪਰਮਾਤਮਾ ਰੱਬ ਹੀ ਜਾਣਦਾ ਕਿ ਅੱਗੇ ਇਸ ਨਾਲ ਕੀ ਹੋਊਗਾ। ਬਹੁਤ ਬੁਰਾ ਵਿਵਹਾਰ ਕੀਤਾ ਗਿਆ ਤੇ ਸਾਡੀ ਧੀ ਨੇ ਸਾਨੂੰ ਦੱਸਿਆ ਹੀ ਨਹੀਂ ਕਿ ਇੰਨਾ ਉਹ ਮਤਲਬ ਸਹਿੰਦੀ ਪਈ ਆ, ਕੱਟਦੀ ਪਈ ਆ ਕਿ ਰੱਬ ਹੀ ਜਾਣਦਾ ਕਿ ਜੋ ਇੱਥੇ ਬੀਤੀ ਆ। ਸਹੁਰਾ ਪਰਿਵਾਰ ਨੇ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਪੰਜਾਬੀ ਬੋਲਦੀ ਆ, ਮੇਰਾ ਮੁੰਡਾ ਮਰਚੈਂਟ ਨੇਵੀ 'ਚ ਉਹ ਇੰਗਲਿਸ਼ ਬੋਲਦਾ, ਤੂੰ ਸਾਡੇ ਸਟੈਂਡਰਡ ਦੀ ਨਹੀਂ। ਮਤਲਬ ਖਾਣ ਪੀਣ ਤੋਂ ਵਾਂਝਾ ਰੱਖਣਾ ਇਹਨੂੰ, ਮਤਲਬ ਕਮਰੇ 'ਚ ਐਵੇਂ ਡੱਕੀ ਰੱਖਣਾ, ਇਹਨਾਂ ਬਾਹਰ ਜਾਣਾ, ਸਾਰਾ ਘਰ ਮਤਲਬ ਬੰਦ ਕਰ ਦੇਣਾ, ਕਿਚਨ 'ਚ ਵੜਨ ਦੀ ਨਹੀਂ ਇਜਾਜ਼ਤ ਨਹੀਂ, ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਮਤਲਬ ਇੰਨਾ ਬੁਰਾ ਹਾਲ ਹੁੰਦਾ ਸੀ ਇਹਨਾਂ ਦਾ। ਦਿਲ ਸਾਡੀ ਧੀ ਨੂੰ ਮਤਲਬ ਦੁਖੀ ਕੀਤਾ ਉਹਨਾਂ ਨੇ। ਅਸੀਂ ਤਾਂ ਹਮੇਸ਼ਾ ਉਹਨਾਂ ਦੇ ਹੱਥ ਹੀ ਜੋੜੇ ਅੱਜ ਤੱਕ ਕਿ ਜੋ ਤੁਸੀਂ ਕਹਿੰਦੇ ਹੋ, ਜੋ ਤੁਹਾਡੀਆਂ ਡਿਮਾਂਡਾਂ ਅਸੀਂ ਪੂਰੀਆਂ ਕਰਦੇ ਆਵਾਂਗੇ। ਅਸੀਂ ਕਰਦੇ ਆਏ ਜੋ ਵੀ, ਹਮੇਸ਼ਾ ਸਿਰ ਝੁਕਾ ਕੇ ਹਮੇਸ਼ਾ ਅਸੀਂ ਚੱਲਦੇ ਰਹੇ ਸਹੁਰਾ ਪਰਿਵਾਰ ਦੇ ਸਾਹਮਣੇ ਕਿ ਚਲੋ ਠੀਕ ਹੈ, ਸਾਡੀ ਧੀ ਵਸਦੀ ਰਹੇ, ਖੁਸ਼ ਰਹੇ। ਹੋਇਆ ਨਹੀਂ ਸਾਡੀ ਧੀ ਨਾਲ ਮਤਲਬ ਜੋ ਉਹਨੂੰ ਮਿਲਣਾ ਚਾਹੀਦੀ ਸੀ ਉਸ ਘਰ 'ਚ ਜਗ੍ਹਾ, ਕਦੀ ਉਹਨਾਂ ਨੇ ਇਸ ਘਰ 'ਚ ਉਹਦੇ ਭਰਜਾਈ ਨੇ ਇਹਨੂੰ ਜਗ੍ਹਾ ਮਿਲਣ ਹੀ ਨਹੀਂ ਦਿੱਤੀ। ਸਹੁਰਾ ਪਰਿਵਾਰ ਨੇ ਮਤਲਬ ਹਰ ਤਰੀਕੇ ਨਾਲ ਸਾਡੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮਤਲਬ ਮੈਂਟਲੀ ਉਹਨੂੰ ਇੱਕਦਮ ਡਿਪਰੈਸ ਕਰਕੇ ਰੱਖਿਆ। ਸਾਡੀ ਧੀ ਪੜ੍ਹੀ ਲਿਖੀ ਆ, MA BEd ਆ, ਮਤਲਬ ਟੀਚਰ ਹੁੰਦੀ ਸੀ ਵਿਆਹ ਤੋਂ ਪਹਿਲਾਂ। ਮਤਲਬ ਕੱਜ ਪੋਚੇ ਲਵਾਉਂਦੇ ਹੁੰਦੀ, ਉੱਥੋਂ ਚਲਾਉਂਦੇ ਹੁੰਦੇ ਸੀ ਜਾਂ ਕੁੜੀ ਹੁਣੇ ਛੱਡਾ ਕਿ ਮਤਲਬ ਡਿੱਗ ਡੁੱਗ ਕੇ ਖਤਮ ਹੀ ਹੋ ਜਾਏ, ਮਤਲਬ ਕਿ ਉੱਥੇ ਹੀ ਖਤਮ ਹੋ ਜਾਏ ਕੁੜੀ ਕਿ ਮਤਲਬ ਕਿਸੇ ਤਰੀਕੇ ਨਾਲ ਇਹਨਾਂ 'ਤੇ ਨਾ ਕੋਈ ਦੋਸ਼ ਲੱਗੇ। ਮਤਲਬ ਹਮੇਸ਼ਾ ਸਾਜ਼ਿਸ਼ਾਂ ਹੀ ਕਰਦੇ ਰਹੇ ਸਾਡੀ ਧੀ ਦੇ ਉੱਪਰ ਕਿ ਮਤਲਬ ਜੇ ਤੁਹਾਨੂੰ ਮਤਲਬ ਅਸੀਂ ਤਾਂ ਹਮੇਸ਼ਾ ਇਹ ਸੀ ਕਿ ਜੇ ਤੁਸੀਂ ਸਾਡੀ ਧੀ ਨਹੀਂ ਸੀ ਰੱਖਣੀ ਸਾਨੂੰ ਦੱਸ ਦਿੰਦੇ, ਘੱਟ ਤੋਂ ਘੱਟ ਅਸੀਂ ਆਪਣੀ ਧੀ ਆਪਣੇ ਘਰ ਲਿਆਉਣ ਜੋਗੇ ਤਾਂ ਬਹਿੰਦੇ ਕਿ ਘੱਟ ਤੋਂ ਘੱਟ ਆਪਣੀ ਸਵਸਥ ਜ਼ਿੰਦਗੀ ਤਾਂ ਜੀ ਲੈਂਦੀ। ਪਰ ਹੁਣ ਉਹਦੀ ਕੀ ਜ਼ਿੰਦਗੀ ਰਹਿ ਗਈ ਹੈ। ਮਤਲਬ ਉਹਨੂੰ ਸਾੜ ਕੇ ਰੱਖਤਾ, ਨਾ ਉਹਦੀ ਅੱਗੇ ਨੋਰਮਲ ਲਾਈਫ ਆ, ਨਾ ਅੱਗੇ ਕੁਛ ਆ ਉਹਦੇ। ਹੁਣ ਕਿੱਧਰ ਨੂੰ ਦੇਖੀਏ, ਅਪਾਹਿਜ ਤੋਂ ਵੀ ਬਿਹਤਰ ਜ਼ਿੰਦਗੀ ਕਰਤੀ। ਨਾ ਉਹਦੇ ਹੱਥ ਚੱਲਦੇ, ਨਾ ਪੈਰ ਚੱਲਦੇ, ਪੇਟ ਉਹਦੇ 'ਚ 2 ਬੱਚੇ ਨੇ, ਨਾ ਉਹਦੀ ਬੋਡੀ ਰਿਕਵਰ ਕਰ ਰਹੀ ਹੈ। ਉੱਥੇ ਵੀ ਮਤਲਬ ਸਾਨੂੰ ਨਹੀਂ ਲੱਗਿਆ ਉਹ ਮਤਲਬ ਇੱਕ ਹਿਸਾਬ ਦਾ ਇਹ ਸੀ ਕਿ ਉਹਨਾਂ ਨੇ ਵੀ ਜਵਾਬ ਦਿੱਤਾ ਹੋਇਆ ਸੀ ਕਿ ਮਤਲਬ ਕੁੜੀ ਦਾ ਹੁਣ ਬਚਣਾ ਨਾਮੁਮਕਿਨ ਆ, ਕਿਉਂਕਿ ਸਾਰਾ ਫੇਸ, ਗਲਾ, ਦੋਨੋਂ ਹੱਥ, ਪੈਰ, ਪਿੱਠ ਸਾਰੀ ਸਭ ਕੁਝ ਜਲਿਆ ਹੋਇਆ ਸੀਗਾ ਤੇ ਉੱਪਰੋਂ ਪ੍ਰੈਗਨੈਂਟ ਸੀ। ਉਸ ਤੋਂ ਪਹਿਲਾਂ ਤਾਂ ਮਤਲਬ ਠੀਕ ਰਿਹਾ। ਉਸ ਤੋਂ ਬਾਅਦ ਜਦੋਂ ਇਹ ਵਿਆਹੀ ਉਹਨਾਂ ਦੇ ਘਰ ਗਈ ਤੇ ਉਹਨਾਂ ਨੇ ਜ਼ੁਲਮ ਸਤੰਭ ਢਾਣੇ ਸ਼ੁਰੂ ਕਰ ਦਿੱਤੇ ਕਿ ਤੂੰ ਮਤਲਬ ਇੱਕ ਪਿੰਡ 'ਚੋਂ ਆਈ ਦੀ ਹੈ, ਤੂੰ ਪੰਜਾਬੀ ਬੋਲਦੀ ਹੈ, ਤੂੰ ਸਾਡੇ ਸਟੈਂਡਰਡ ਦੇ ਹਿਸਾਬ ਨਾਲ ਨਹੀਂ ਹੈ।
ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹੋ ਜਿਹਾ ਵੀ ਇਹਦੇ ਉੱਤੇ ਟਾਈਮ ਆ ਜਾਏਗਾ ਕਿ ਇਹਨੂੰ ਜਿੰਦਿਆਂ ਜੀਓ ਉਹ ਜਲਾ ਦੇਣਗੇ ਡੀਜ਼ਲ ਪਾ ਕੇ, ਤੇ ਇਹ ਨਾ ਜੀਣ ਜੋਗੀ ਰਹੇਗੀ ਨਾ ਇਹ ਮਰਨ ਜੋਗੀ ਰਹੇਗੀ। ਮੈਂ ਕੀ ਕਹਾਂ, ਮੈਂ ਤੇ ਮਾਂ ਵਾਂ, ਮੈਂ ਕੁਝ ਵੀ ਨਹੀਂ ਕਹਿ ਸਕਦੀ ਆਪਣੇ ਮੂੰਹ 'ਚ ਵੀ ਕੀ ਕਰਾਂ। ਨਾ ਮੈਂ ਉਹਨੂੰ ਦੇਖ ਸਕਦੀ ਹਾਂ, ਮੈਂ ਦੇਖ ਵੀ ਨਹੀਂ ਸਕਦੀ ਉਹਨੂੰ ਇਸ ਤਰ੍ਹਾਂ ਤਿਲ ਤਿਲ ਜਲਦੇ ਹੋਏ, ਮੈਂ ਦੇਖ ਨਹੀਂ ਸਕਦੀ। ਮੈਂ ਹਾਂ ਤੁਹਾਡਾ ਆਪਣਾ ਹਰਸ਼ਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਔਨ 에ਅਰ। ਕਹਿੰਦੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਜਿਸ ਦੇ ਘਰ ਦੇ ਵਿੱਚ ਧੀ ਸੁਖੀ ਹੈ, ਉਸ ਧੀ ਦਾ ਜਿਹੜੇ ਮਾਪਿਓ ਨੇ ਉਹਨਾਂ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ। ਪਰ ਜਦੋਂ ਧੀ ਨੂੰ ਕੁਝ ਹੁੰਦਾ ਹੈ ਤਾਂ ਮਾਪਿਓ ਜਿਹੜੇ ਉਹ ਜਿੰਦੇ ਜੀ ਮਰਦੇ ਜੂਨ ਤੱਕ ਪਹੁੰਚ ਜਾਂਦੇ ਆ। ਅੱਜ ਉਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਡੀ ਵੀ ਰੂਹ ਕੰਬ ਗਈ ਤੇ ਤੁਸੀਂ ਵੀ ਆਪਣੇ ਅਥਰੂ ਨਹੀਂ ਰੋਕ ਪਾਓਗੇ। ਐਦਾਂ ਦੀ ਕੰਡੀਸ਼ਨ ਹੋਈ ਹੈ ਉਸ ਧੀ ਨਾਲ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਵੀਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਯੋਗੇਸ਼ ਹੈ ਭਾਜੀ। ਸਰ ਇਹ ਜਿਹੜੇ ਸਿਸਟਰ ਹੈ ਤੁਹਾਡੇ, ਇਹਨਾਂ ਨਾਲ ਕੀ ਹੋਇਆ ਕੀ? ਭਾਜੀ ਇਹਨਾਂ ਦੇ ਸਹੁਰੇ ਪਰਿਵਾਰ ਨੇ ਦੀ ਸਾਜ਼ਿਸ਼ ਤਹਿਤ ਨਾ ਇਹਨਾਂ ਦੇ ਹਸਬੈਂਡ ਨੇ ਇਹਨਾਂ ਦੇ ਉੱਪਰ ਡੀਜ਼ਲ ਪਾ ਕੇ ਇਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। 35% ਸਵੇਅਰ ਬਰਨ ਇੰਜਰੀਜ਼ ਆਈਆਂ ਨੇ। ਪੇਟ ਤੋਂ ਪ੍ਰੈਗਨੈਂਟ ਹੈ, 2 ਬੱਚੇ ਨੇ ਇਹਨਾਂ ਦੇ ਪੇਟ 'ਚ। ਇਹ ਚਾਹੁੰਦੇ ਸੀ ਬਸ ਇਹਨਾਂ ਨੂੰ ਇੱਥੋਂ ਹੀ ਖ਼ਤਮ ਕਰ ਦਿੱਤਾ ਜਾਏ, ਪਰ ਇਹ ਤਾਂ ਬਾਬਾ ਜੀ ਦੀ, ਵਾਹਿਗੁਰੂ ਦੀ, ਪਰਮਾਤਮਾ ਦੀ ਮਿਹਰ ਆ ਕਿ ਅੱਜ ਇਹ ਸਵਾਸ ਲੈ ਰਹੀ ਆ। ਮਤਲਬ ਸਭ ਪੁੱਛੋ ਨਾ ਕਿ ਜੋ ਇਸ ਹਾਲਾਤਾਂ 'ਚ ਸਾਡੀ ਧੀ ਨਿਕਲੀ ਆ, ਪਰਮਾਤਮਾ ਕਿਸੇ ਦੁਸ਼ਮਣ ਨੂੰ ਵੀ ਨਾ ਕੱਢੇ। ਮਤਲਬ ਇੰਨਾ ਸਾਡੀ ਧੀ 'ਤੇ ਮਤਲਬ ਜ਼ੁਲਮ ਹੋਇਆ। ਇਹ ਜ਼ੁਲਮ ਹੀ ਸਹਿੰਦੀ ਆਈ ਹੈ ਅਤੇ ਅੱਜ ਮਤਲਬ ਇਸ ਸਥਿਤੀ 'ਚ ਪਹੁੰਚ ਗਈ ਆ ਕਿ ਹੁਣ ਪਤਾ ਨਹੀਂ ਅੱਗੇ ਇਹਦੀ ਲਾਈਫ ਕਿੱਦਾਂ ਦੀ ਰਹੂਗੀ, ਕੀ ਆ ਸਾਨੂੰ ਹੁਣ ਕੁਛ ਨਹੀਂ ਪਤਾ। ਹੁਣ ਤਾਂ ਵਾਹਿਗੁਰੂ ਪਰਮਾਤਮਾ ਰੱਬ ਹੀ ਜਾਣਦਾ ਕਿ ਅੱਗੇ ਇਸ ਨਾਲ ਕੀ ਹੋਊਗਾ। ਭਾਜੀ ਗੱਲ ਕਰੀਏ ਇਹਨਾਂ ਦੀ ਮੈਰਿਜ ਕਦੋਂ ਹੋਈ, ਕਿਹੜੀ ਜਗ੍ਹਾ ਹੋਈ, ਕੁਝ ਉਹਦੇ ਬਾਰੇ ਬਰੀਫ ਦੱਸੋਗੇ? ਇਹਨਾਂ ਦੀ ਮੈਰਿਜ ਅਸੀਂ ਅੰਬਾਲਾ ਕੈਂਟ ਬੈਂਕ ਰੋਡ ਕੀਤੀ ਸੀ। 11 'ਚ ਹੋਈ ਸੀ ਇਹਨਾਂ ਦੀ ਮੈਰਿਜ। ਫਰੂਖਾ ਖਾਲਸਾ ਕਾਲਜ ਦੇ ਓਪੋਜ਼ਿਟ ਹੈ ਇਹਨਾਂ ਦੇ ਸਹੁਰੇ ਘਰ, ਜਿੱਥੇ ਇਹਨਾਂ ਦੀ ਹੋਈ ਸੀ ਮੈਰਿਜ। ਅਤੇ ਉੱਥੇ ਇਹਨਾਂ ਦੇ ਹਸਬੈਂਡ ਪ੍ਰਸ਼ਾਂਤ ਨੇ ਅਤੇ ਫਾਦਰ ਸਾਹਿਬ ਉਮੇਸ਼ ਚੰਦਰ ਗੁਪਤਾ ਨੇ, ਅਤੇ ਉਹ ਗੋਪਾਲ ਕ੍ਰਿਸ਼ਨ ਐਂਡ ਸੰਸ ਦੇ ਨਾਮ 'ਤੇ ਇਹਨਾਂ ਦਾ ਉੱਥੇ ਕਾਰੋਬਾਰ ਚੱਲਦਾ ਹੈ ਅੰਬਾਲਾ ਕੈਂਟ 'ਚ। ਅਤੇ ਇਹਨਾਂ ਦੀ ਅਸੀਂ ਮੈਰਿਜ ਬੜੀ ਸ਼ਾਨੋ ਸ਼ੌਕਤ ਨਾਲ, ਜੋ ਅਸੀਂ ਹੋ ਪਾਇਆ ਅਸੀਂ ਰੈੱਡ ਹਟ ਰਿਜ਼ੋਰਟ 'ਚ ਕੀਤੀ ਸੀ। ਮਤਲਬ ਪੂਰਾ ਅੰਬਾਲਾ ਆਇਆ ਸੀਗਾ। ਅਸੀਂ ਜਿੰਨੀ ਅਸੀਂ ਸ਼ਾਨੋ ਸ਼ੌਕਤ ਨਾਲ ਅਸੀਂ ਕਰ ਸਕਦੇ ਸੀ ਉਨੀ ਸ਼ਾਨੋ ਸ਼ੌਕਤ ਨਾਲ ਅਸੀਂ ਇਹਨਾਂ ਦੀ ਮੈਰਿਜ ਕੀਤੀ। ਪਰਿਵਾਰ 'ਚ ਇਹਨਾਂ ਦੇ ਇੱਕ ਸੱਸ ਸਹੁਰਾ ਨੇ, ਭਰਾ ਭਰਜਾਈ ਨੇ। ਸ਼ੁਰੂ ਤੋਂ ਹੀ ਸਾਡੀ ਧੀ ਨਾਲ ਨਾ ਭਾਈ ਬਹੁਤ ਬੁਰਾ ਵਿਵਹਾਰ ਕੀਤਾ ਗਿਆ ਅਤੇ ਸਾਡੀ ਧੀ ਨੇ ਸਾਨੂੰ ਦੱਸਿਆ ਹੀ ਨਹੀਂ ਕਿ ਇੰਨਾ ਉਹ ਮਤਲਬ ਸਹਿੰਦੀ ਪਈ ਆ, ਕੱਟਦੀ ਪਈ ਆ ਕਿ ਰੱਬ ਹੀ ਜਾਣਦਾ ਕਿ ਜੋ ਇੱਥੇ ਬੀਤੀ ਆ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਇੰਨੀ ਮਤਲਬ ਮੁਸੀਬਤਾਂ 'ਚੋਂ ਚੱਲਦੀ ਪਈ, ਹੁਣ ਵੀ ਇੰਨੀ ਮੁਸੀਬਤਾਂ 'ਚੋਂ ਨਿਕਲਦੀ ਪਈ ਆ, ਬਿਆਨ ਹੀ ਨਹੀਂ ਕੀਤਾ ਜਾ ਸਕਦਾ ਭਾਜੀ, ਇੰਨਾ ਬੁਰਾ ਹਾਲ ਸੀ ਇਹਨਾਂ ਦਾ। ਭਾਜੀ 2011 ਤੋਂ ਬਾਅਦ ਲਗਭਗ 10 ਸਾਲ ਬੀਤ ਗਏ। 2021 'ਚ ਇਹ ਕੰਮ ਤੁਸੀਂ ਦੱਸ ਰਹੇ ਹੋ ਜਿਹੜਾ ਹੋਇਆ ਪੈਟਰੋਲ ਡੀਜ਼ਲ ਵਾਲਾ। 10 ਸਾਲ ਦੇ ਦੌਰਾਨ ਜਿਹੜੀ ਸਿਚੁਏਸ਼ਨ ਆ ਉਹ ਕਿੱਦਾਂ ਦੀ ਸੀ? ਬਈ ਇਹਨਾਂ ਨੇ ਨਾ ਸ਼ੁਰੂ ਤੋਂ ਹੀ ਮਤਲਬ ਇੱਕ ਤਾਂ ਅਸੀਂ ਛੋਟੇ ਸ਼ਹਿਰਾਂ ਤੋਂ ਆਏ ਹੋਏ ਹਾਂ ਨਾ, ਇਹਨਾਂ ਦੇ ਮਤਲਬ ਇਹ ਸੀਗਾ ਕਿ ਮਤਲਬ ਛੋਟੇ ਸ਼ਹਿਰ ਦੀ ਆ ਅਤੇ ਇਹਨਾਂ ਨੂੰ ਨਾ ਇਹਨਾਂ ਦੇ ਸਹੁਰਾ ਪਰਿਵਾਰ ਨੇ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਪੰਜਾਬੀ ਬੋਲਦੀ ਆ, ਮੇਰਾ ਮੁੰਡਾ ਮਰਚੈਂਟ ਨੇਵੀ 'ਚ ਉਹ ਇੰਗਲਿਸ਼ ਬੋਲਦਾ, ਤੂੰ ਸਾਡੇ ਸਟੈਂਡਰਡ ਦੀ ਨਹੀਂ। ਮਤਲਬ ਖਾਣ ਪੀਣ ਤੋਂ ਵਾਂਝਾ ਰੱਖਣਾ ਇਹਨੂੰ, ਮਤਲਬ ਕਮਰੇ 'ਚ ਐਵੇਂ ਡੱਕੀ ਰੱਖਣਾ, ਇਹਨਾਂ ਬਾਹਰ ਜਾਣਾ, ਸਾਰਾ ਘਰ ਮਤਲਬ ਬੰਦ ਕਰ ਦੇਣਾ, ਕਿਚਨ 'ਚ ਵੜਨ ਦੀ ਨਹੀਂ ਇਜਾਜ਼ਤ ਨਹੀਂ, ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਮਤਲਬ ਇੰਨਾ ਬੁਰਾ ਹਾਲ ਹੁੰਦਾ ਸੀ ਇਹਨਾਂ ਦਾ। ਮਤਲਬ ਜੋ ਮਤਲਬ ਅਸੀਂ 50-60 ਸਾਲ ਪਹਿਲਾਂ ਕਦੀ ਸੁਣਦੇ ਹੁੰਦੇ ਸੀ ਕੋਈ ਮਾੜਾ ਪਰਿਵਾਰ ਟੱਕਰ ਜਾਂਦਾ ਹੁੰਦਾ ਸੀ ਤਾਂ ਸਾਡੀਆਂ ਧੀਆਂ ਨੂੰ ਮਤਲਬ ਅੱਗ ਦੇ ਉੱਪਰੋਂ ਨਿਕਲਣਾ ਪੈਂਦਾ ਸੀ ਨਾ, ਮਤਲਬ ਬਲਦੀ ਅੱਗ ਤੋਂ। ਉਹ ਸਾਡੀ ਧੀ ਨੇ ਮਤਲਬ ਇੰਨੇ ਸਾਲ ਮਤਲਬ ਬਹੁਤ ਔਖਾ ਟਾਈਮ ਕੱਟਿਆ। ਸਾਨੂੰ ਤਾਂ ਮਤਲਬ ਇਹਦਾ ਮਤਲਬ ਭਨਕ ਵੀ ਨਹੀਂ ਲੱਗੀ ਸਾਨੂੰ ਤਾਂ ਕਿ ਇੰਨੀ ਸਾਡੀ ਧੀ ਨੇ ਇੰਨਾ ਔਖਾ ਟਾਈਮ ਉੱਥੇ ਕੱਟਦਾ ਗਿਆ। ਤਿਲ ਸਾਡੀ ਧੀ ਨੂੰ ਮਤਲਬ ਦੁਖੀ ਕੀਤਾ ਉਹਨਾਂ ਨੇ। ਅਸੀਂ ਤਾਂ ਹਮੇਸ਼ਾ ਉਹਨਾਂ ਦੇ ਹੱਥ ਹੀ ਜੋੜੇ ਅੱਜ ਤੱਕ ਕਿ ਜੋ ਤੁਸੀਂ ਕਹਿੰਦੇ ਹੋ, ਜੋ ਤੁਹਾਡੀਆਂ ਡਿਮਾਂਡਾਂ ਅਸੀਂ ਪੂਰੀਆਂ ਕਰਦੇ ਆਵਾਂਗੇ। ਅਸੀਂ ਕਰਦੇ ਆਏ ਜੋ ਵੀ, ਹਮੇਸ਼ਾ ਸਿਰ ਝੁਕਾ ਕੇ ਹਮੇਸ਼ਾ ਅਸੀਂ ਚੱਲਦੇ ਰਹੇ ਸਹੁਰਾ ਪਰਿਵਾਰ ਦੇ ਸਾਹਮਣੇ ਕਿ ਚਲੋ ਠੀਕ ਹੈ, ਸਾਡੀ ਧੀ ਵਸਦੀ ਰਹੇ, ਖੁਸ਼ ਰਹੇ। ਪਰ ਸਾਡੀ ਨਾ ਹੋਇਆ ਨਹੀਂ, ਸਾਡੀ ਧੀ ਨਾਲ ਮਤਲਬ ਜੋ ਉਹਨੂੰ ਮਿਲਣਾ ਚਾਹੀਦੀ ਸੀ ਉਸ ਘਰ 'ਚ ਜਗ੍ਹਾ, ਕਦੀ ਉਹਨਾਂ ਨੇ ਇਸ ਘਰ 'ਚ ਉਹਦੇ ਭਰਜਾਈ ਨੇ ਇਹਨੂੰ ਜਗ੍ਹਾ ਮਿਲਣ ਹੀ ਨਹੀਂ ਦਿੱਤੀ। ਸ਼ੁਰੂ ਤੋਂ ਬਹੁਤ ਤੰਗ ਕੀਤਾ ਇਹਨਾਂ ਨੇ। ਮਤਲਬ
ਸਹੁਰਾ ਪਰਿਵਾਰ ਨੇ ਮਤਲਬ ਹਰ ਤਰੀਕੇ ਨਾਲ ਸਾਡੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮਤਲਬ ਮੈਂਟਲੀ ਉਹਨੂੰ ਇੱਕਦਮ ਡਿਪਰੈਸ ਕਰਕੇ ਰੱਖਿਆ। ਸਾਡੀ ਧੀ ਪੜ੍ਹੀ ਲਿਖੀ ਆ, MA BEd ਆ, ਮਤਲਬ ਟੀਚਰ ਹੁੰਦੀ ਸੀ ਵਿਆਹ ਤੋਂ ਪਹਿਲਾਂ, ਮਤਲਬ ਤੇ ਬਾਅਦ 'ਚ ਵੀ ਉਹਨਾਂ ਨੇ ਕਦੀ ਨਾ ਘਰੋਂ ਬਾਹਰ ਜਾਣ ਦੀ ਇਜਾਜ਼ਤ, ਨਾ ਕਿਸੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ। ਮਤਲਬ ਇੱਕ ਗੱਲ ਸਰ, ਤੁਸੀਂ ਕਹਿ ਰਹੇ ਹੋ ਵੀ MA BEd ਕੀਤੀ ਹੋਈ ਹੈ, ਟੀਚਰ ਸੀਗੇ, ਤੇ ਦੂਜੇ ਪਾਸੇ ਉਹ ਕਹਿੰਦੇ ਵੀ ਪੰਜਾਬੀ ਬੋਲਦੀ ਹੈ, ਵੀ ਇੰਗਲਿਸ਼ ਨਹੀਂ ਬੋਲਣੀ ਆਉਂਦੀ। ਕਿ ਜਦੋਂ ਵਿਚੋਲਾ ਜੋ ਐਦਾਂ ਗੱਲਬਾਤ ਹੋਈ ਤਾਂ ਉਦੋਂ ਸਾਰੀਆਂ ਗੱਲਾਂ ਕਲੀਅਰ ਹੋਈਆਂ? ਹਾਂਜੀ, ਉਦੋਂ ਸਭ ਕਲੀਅਰ ਸੀ, ਸਭ ਕੁਝ ਸੀ। ਉਦੋਂ ਤਾਂ ਠੀਕ ਸੀ ਕਿ ਹਾਂ ਚਲੋ ਸਾਨੂੰ ਪੰਜਾਬ ਦੀ ਕੁੜੀ ਚਾਹੀਦੀ, ਸਾਨੂੰ ਪੰਜਾਬ ਦੀ ਕੁੜੀ ਮਿਲ ਗਈ, ਪੰਜਾਬ ਦੀ ਮਿਲ ਗਈ। ਉਦੋਂ ਸਭ ਕੁਝ ਠੀਕ ਸੀ। ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਮਤਲਬ ਅਸਲੀ ਸਾਨੂੰ ਪਤਾ ਲੱਗਿਆ ਕਿ ਅਸੀਂ ਮਤਲਬ ਸਾਡੀ ਧੀ ਦੀ ਮਤਲਬ ਜ਼ਿੰਦਗੀ ਹੁਣ ਪਤਾ ਨਹੀਂ ਕਿਵੇਂ ਚੱਲੂਗੀ। ਉਸ ਤੋਂ ਬਾਅਦ ਸਾਡੀ ਧੀ ਦੇ ਉੱਪਰ ਸਾਰਾ ਮਤਲਬ ਕਸ਼ਟਾਂ ਦਾ ਪਹਾੜ ਉਸ ਤੋਂ ਬਾਅਦ ਟੁੱਟਣੇ ਸ਼ੁਰੂ ਹੋਏ। ਦੀ ਹੌਲੀ ਹੌਲੀ ਚੀਜ਼ਾਂ ਅਨਫੋਲਡ ਹੁੰਦੀਆਂ ਗਈਆਂ। ਉਸ ਤੋਂ ਬਾਅਦ ਸਾਡੀ ਧੀ ਨਾਲ ਜੋ ਉਹਨਾਂ ਨੇ ਵਿਵਹਾਰ ਕੀਤਾ, ਪ੍ਰੈਗਨੈਂਟ ਹੋਈ ਸੀ, ਉਹਨੂੰ ਧੱਕੇ ਮਾਰਦੇ ਹੁੰਦੇ ਸੀ ਕਿ ਮਤਲਬ ਉਹਦੀ ਧੀ ਮਤਲਬ ਜਿਹੜਾ ਪੇਟ 'ਚ ਉਹਦਾ ਬੱਚਾ, ਇਹਨਾਂ ਦਾ ਇੱਕ ਬੇਟਾ ਵੀ ਆ ਪਹਿਲਾਂ। ਜਿਹੜਾ ਪਹਿਲਾ ਬੱਚਾ ਹੈ ਉਹ ਉਹਨਾਂ ਨੇ ਐਕਸੈਪਟ ਕੀਤਾ, ਉਦੋਂ ਮਾਹੌਲ ਠੀਕ ਸੀ ਸਾਰਾ? ਨਹੀਂ, ਉਹ ਜਦੋਂ ਪਹਿਲਾ ਬੇਬੀ ਇਹਨਾਂ ਨੇ ਕਨਸੀਵ ਕਰ ਲਿਆ ਸੀ, ਜਦੋਂ ਪੇਟ 'ਚ ਹੀ ਸੀ, ਉਦੋਂ ਹੀ ਮਤਲਬ ਉਹਨਾਂ ਦਾ ਮਾਹੌਲ ਇੱਕਦਮ ਹੀ ਮਤਲਬ ਬਦਲ ਗਿਆ ਕਿ ਮਤਲਬ ਹੁਣ ਤਾਂ ਇਹ ਪੱਕੀ ਇਸ ਘਰ 'ਚ ਮਤਲਬ ਇਹਦੇ ਟਿਕਣ ਦੇ ਇਰਾਦੇ ਹੋ ਜੂਗੇ। ਮਤਲਬ ਇਹ ਮਤਲਬ ਕੱਜ ਪੋਚੇ ਲਵਾਉਂਦੇ ਹੁੰਦੇ, ਉੱਥੋਂ ਚਲਾਉਂਦੇ ਹੁੰਦੇ ਸੀ, ਜਾਂ ਕੁੜੀ ਹੁਣ ਇਹ ਛੱਡ ਕਿ ਮਤਲਬ ਡਿੱਗ ਡੁੱਗ ਕੇ ਖਤਮ ਹੀ ਹੋ ਜਾਏ, ਮਤਲਬ ਕਿ ਉੱਥੇ ਹੀ ਖਤਮ ਹੋ ਜਾਏ ਕੁੜੀ, ਕਿ ਮਤਲਬ ਕਿਸੇ ਤਰੀਕੇ ਨਾਲ ਇਹਨਾਂ 'ਤੇ ਨਾ ਕੋਈ ਦੋਸ਼ ਲੱਗੇ। ਮਤਲਬ ਹਮੇਸ਼ਾ ਸਾਜ਼ਿਸ਼ਾਂ ਹੀ ਕਰਦੇ ਰਹੇ ਸਾਡੀ ਧੀ ਦੇ ਉੱਪਰ ਕਿ ਮਤਲਬ ਜੇ ਤੁਹਾਨੂੰ ਮਤਲਬ ਅਸੀਂ ਤਾਂ ਹਮੇਸ਼ਾ ਇਹ ਸੀ ਕਿ ਜੇ ਤੁਸੀਂ ਸਾਡੀ ਧੀ ਨਹੀਂ ਸੀ ਰੱਖਣੀ, ਸਾਨੂੰ ਦੱਸ ਦਿੰਦੇ, ਘੱਟ ਤੋਂ ਘੱਟ ਅਸੀਂ ਆਪਣੀ ਧੀ ਆਪਣੇ ਘਰ ਲਿਆਉਣ ਜੋਗੇ ਤਾਂ ਬਹਿੰਦੇ, ਕਿ ਘੱਟ ਤੋਂ ਘੱਟ ਆਪਣੀ ਸਵਸਥ ਜ਼ਿੰਦਗੀ ਤਾਂ ਜੀ ਲੈਂਦੀ। ਪਰ ਹੁਣ ਉਹਦੀ ਕੀ ਜ਼ਿੰਦਗੀ ਰਹਿ ਗਈ ਆ? ਮਤਲਬ ਉਹਨੂੰ ਸਾੜ ਕੇ ਰੱਖਤਾ, ਨਾ ਉਹਦੀ ਅੱਗੇ ਨੋਰਮਲ ਲਾਈਫ ਆ, ਨਾ ਅੱਗੇ ਕੁਛ ਆ ਉਹਦੇ। ਹੁਣ ਕਿੱਧਰ ਨੂੰ ਦੇਖੀਏ, ਇੱਕ ਅਪਾਹਿਜ ਤੋਂ ਵੀ ਬਿਹਤਰ ਜ਼ਿੰਦਗੀ ਕਰਤੀ, ਨਾ ਉਹਦੇ ਹੱਥ ਚੱਲਦੇ, ਨਾ ਪੈਰ ਚੱਲਦੇ, ਪੇਟ ਉਹਦੇ 'ਚ 2 ਬੱਚੇ ਨੇ, ਨਾ ਉਹਦੀ ਬੋਡੀ ਰਿਕਵਰ ਕਰ ਰਹੀ ਆ। ਮਤਲਬ ਇੰਨਾ ਬੁਰਾ ਹਾਲ ਤਾਂ ਅਸੀਂ ਮਤਲਬ ਅਸੀਂ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਸੀ ਕਿ ਸਾਡੀ ਧੀ ਨਾਲ ਮਤਲਬ ਇੰਨਾ ਬੁਰਾ ਕੀਤਾ ਜਾਏਗਾ। ਮਤਲਬ ਸਰ, ਦੁੱਖ ਤੁਹਾਡਾ ਸਮਝ ਰਿਹਾ, ਬਹੁਤ ਔਖਾ ਬਿਆਨ ਕਰਨਾ ਵੀ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿਹੜੀ ਧੀ ਦੇ ਤੁਹਾਡੀ ਸਿਸਟਰ ਦੇ ਉੱਪਰ ਜਿਹੜਾ ਪੈਟਰੋਲ ਡੀਜ਼ਲ ਪਾਇਆ ਗਿਆ, ਇਹ ਕਦੋਂ ਪਤਾ ਲੱਗਿਆ? ਇਹ ਜਦੋਂ ਇੰਸੀਡੈਂਟ 8 ਤਰੀਕ ਨੂੰ, 8 ਜਨਵਰੀ ਦਾ ਇੰਸੀਡੈਂਟ ਹੈ ਇਹ ਰਾਤ ਨੂੰ, ਜਦੋਂ ਇਹਨਾਂ 'ਤੇ ਡੀਜ਼ਲ ਪਾਤਾ, ਇਹ ਮਤਲਬ ਆਪਣੇ ਨੂੰ ਬਚਾਉਂਦੀ ਮਤਲਬ ਰੋਲਾ ਪਾਇਆ, ਅਤੇ ਅਸੀਂ ਆਂਢੀ ਗੁਆਂਢੀ ਇਹਨਾਂ ਦੇ ਆ ਗਏ। ਅਤੇ ਆਂਢੀ ਗੁਆਂਢੀ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਹਾਂ ਕਿ ਮਤਲਬ ਇੱਦਾਂ ਦਾ ਤੁਸੀਂ ਇੰਸੀਡੈਂਟ ਹੋ ਗਿਆ, ਤੁਸੀਂ ਫਟਾਫਟ ਆਓ। ਅਸੀਂ ਉਸ ਦਿਨ ਬਾਰਿਸ਼ ਹੋ ਰਹੀ ਸੀ ਬਹੁਤ, ਅਸੀਂ ਮੋਹਾਲੀ ਸੀ ਉਸ ਲਈ, ਅਸੀਂ ਬਾਰਿਸ਼ ਹੋ ਰਹੀ ਸੀ, ਇੱਥੋਂ ਨਿਕਲੇ ਹਾਂ, ਅਤੇ ਅਸੀਂ ਇੰਨੀ ਦੇਰ 'ਚ ਇਹਨਾਂ ਦੇ ਗੁਆਂਢੀਆਂ ਵਗੈਰਾ ਨੇ ਐਂਬੂਲੈਂਸ ਬੁਲਾ ਕੇ ਇਹਨੂੰ ਅੰਬਾਲਾ ਕੈਂਟ ਦੇ ਹੌਸਪੀਟਲ 'ਚ ਐਡਮਿਟ ਕਰਾਤਾ। ਅਸੀਂ ਸਿਵਲ ਹੌਸਪੀਟਲ ਸਿੱਧਾ ਗਏ ਹਾਂ, ਉੱਥੇ ਜਾ ਕੇ ਇਹਨਾਂ ਦੀ ਮਾੜੀ ਮੋਟੀ ਡਰੈਸਿੰਗ ਹੋਈ ਆ। ਉਸ ਤੋਂ ਬਾਅਦ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਹੁਣ ਅਸੀਂ ਨਹੀਂ ਕੁਛ ਕਰ ਸਕਦੇ। ਫਿਰ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਕਰਕੇ ਇਹਨਾਂ ਨੂੰ GMCH 32 ਚੰਡੀਗੜ੍ਹ ਦੇ ਗੌਰਮੈਂਟ ਹੌਸਪੀਟਲ ਲੈ, ਉੱਥੇ 4-5 ਘੰਟੇ ਇਹਨਾਂ ਨੇ ਟਾਈਮ ਕੱਟਿਆ। ਫਿਰ ਉੱਥੇ ਵੀ ਮਤਲਬ ਸਾਨੂੰ ਨਹੀਂ ਲੱਗਿਆ, ਉਹ ਮਤਲਬ ਇੱਕ ਹਿਸਾਬ ਦਾ ਇਹ ਸੀ ਕਿ ਉਹਨਾਂ ਨੇ ਵੀ ਜਵਾਬ ਦਿੱਤਾ ਹੋਇਆ ਸੀ ਕਿ ਮਤਲਬ ਕੁੜੀ ਦਾ ਹੁਣ ਬਚਣਾ ਮੁਮਕਿਨ ਆ, ਕਿਉਂਕਿ ਸਾਰਾ ਫੇਸ, ਗਲਾ, ਦੋਨੋਂ ਹੱਥ, ਪੈਰ, ਪਿੱਠ ਸਾਰੀ ਸਭ ਕੁਝ ਜਲਿਆ ਹੋਇਆ ਸੀਗਾ, ਅਤੇ ਉੱਪਰੋਂ ਪ੍ਰੈਗਨੈਂਟ ਸੀ। ਅਤੇ ਇੱਕ ਹਿਸਾਬ ਦਾ ਇੰਡਾਇਰੈਕਟਲੀ ਸਾਨੂੰ ਇਹੀ ਕਹਿ ਰਹੇ ਸੀ ਡਾਕਟਰ ਸਾਹਿਬ ਕਿ ਹੁਣ ਤੁਸੀਂ ਦੇਖ ਲਓ, ਬਹੁਤ ਮੁਸ਼ਕਿਲ ਆ ਕੁੜੀ ਦਾ ਬਚਣਾ, ਹੁਣ ਤੁਸੀਂ ਦੇਖ ਲਓ। ਫਿਰ ਅਸੀਂ ਉੱਥੋਂ ਵੀ ਕਰਕੇ ਫਿਰ ਸਵੇਰੇ ਅਸੀਂ 9 ਤਰੀਕ ਨੂੰ ਸਵੇਰੇ ਅਸੀਂ ਐਲਕਮਿਸਟ 21 ਸੈਕਟਰ 'ਚ ਇਹਨਾਂ ਨੂੰ ਲੈ ਗਏ ਐਂਬੂਲੈਂਸ ਕਰਕੇ। ਅਸੀਂ ਫਿਰ ਉੱਥੇ ਰੱਖਿਆ, ਉੱਥੇ ਬੇਸਿਕ ਇਹਨਾਂ ਦੀ ਜਿਹੜੀਆਂ ਵੀ ਸੀ ਮਤਲਬ ਫਸਟ ਏਡ ਵਗੈਰਾ ਹੋਈ ਉੱਥੇ। ਮਤਲਬ ਬਹੁਤ ਬੁਰੀ ਸਥਿਤੀ 'ਚ ਅਸੀਂ ਜਦੋਂ ਅਸੀਂ ਐਂਬੂਲੈਂਸ ਲੈ ਕੇ ਜਾਂਦੇ ਸੀ, 80-85 ਦੀ ਇਹਨਾਂ ਦੀ ਸੈਚੂਰੇਸ਼ਨ ਆ ਗਈ ਸੀ। ਮਤਲਬ ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਹੌਸਪੀਟਲ ਤੱਕ ਵੀ ਪਹੁੰਚਣਾ ਕਿ ਨਹੀਂ ਪਹੁੰਚਣਾ, ਇੰਨੀ ਬੁਰੀ ਸਥਿਤੀ 'ਚ ਅਸੀਂ ਇਹਨਾਂ ਨੂੰ ਹੌਸਪੀਟਲ ਲੈ ਕੇ ਗਏ। ਫਿਰ ਉਹਨਾਂ ਨੇ ਆਕਸੀਜਨ ਵਗੈਰਾ ਲਾਈ, ਐਂਬੂਲੈਂਸ ਦੇ ਵਿੱਚ ਹੀ ਆਕਸੀਜਨ ਲੱਗੀ, ਬਹੁਤ ਬੁਰੀ ਸਥਿਤੀ 'ਚ। ਫਿਰ 21 ਸੈਕਟਰ ਅਸੀਂ 3-4 ਵਜੇ ਜਦੋਂ ਐਲਕਮਿਸਟ ਰਹੇ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਮਤਲਬ ਇਹਨਾਂ ਦਾ ਤਾਂ ਹਲੇ ਬਹੁਤ ਮੁਸ਼ਕਿਲ ਆ। ਫਿਰ ਇਹਨਾਂ ਨੇ 26 ਸੈਕਟਰ ਇੱਕ ਦੂਸਰਾ ਉਹਨਾਂ ਦਾ ਐਲਕਮਿਸਟ 'ਚ, ਉੱਥੇ ਉਹਨਾਂ ਨੂੰ ਸ਼ਿਫਟ ਕੀਤਾ, ਉੱਥੇ ਆਈਸੋਲੇਸ਼ਨ ਰੂਮ 'ਚ ਰੱਖਿਆ। 2 ਦਿਨ ਬਾਅਦ ਇਹਨਾਂ ਦਾ ਪੂਰਾ ਲੰਗਸ ਕਲੈਪਸ ਕਰ ਗਿਆ ਲੈਫਟ ਸਾਈਡ ਦਾ, ਮਤਲਬ ਸਾਹ ਲੈਣ 'ਚ ਇਹਨਾਂ ਨੂੰ ਬਹੁਤ ਔਖਾ ਹੋਇਆ। ਫਿਰ ਜਿੱਦਾਂ ਹੀ ਇੱਕ ਪਾਸੇ ਦਾ ਲੰਗਸ ਕੰਮ ਕਰਨਾ ਬੰਦ ਕਰ ਜਾਏ, ਫਿਰ ਤੁਸੀਂ ਸਮਝਦੇ ਹੋ ਕਿ ਬੰਦਾ ਮਤਲਬ ਹੁਣ ਗਿਆ ਤਾਂ ਹੁਣ ਗਿਆ। ਅਸੀਂ ਦੇਖਿਆ ਕੋਵਿਡ 'ਚ ਲੋਕਾਂ ਥੋੜ੍ਹਾ ਲੰਗਸ 'ਚ ਕਿੱਦਾਂ ਹੋਇਆ, ਪੂਰਾ ਆਕਸੀਜਨ 'ਤੇ ਖਤਮ। ਫਿਰ ਆਕਸੀਜਨ ਇੱਕਦਮ ਬੰਦ ਹੋ ਗਈ, ਫਿਰ ਨਾਲ ਹੀ ਇਹਨਾਂ ਨੂੰ ਵੈਂਟੀਲੇਟਰ 'ਤੇ ਉਹਨਾਂ ਨੂੰ ਪਾਇਆ। ਫਿਰ ਮਹੀਨਾ ਸਾਡੀ ਧੀ ਆਲਮੋਸਟ ਵੈਂਟੀਲੇਟਰ 'ਤੇ ਲਈ। ਤੁਸੀਂ ਇਮੈਜਿਨ ਨਹੀਂ ਕਰ ਸਕਦੇ ਭਾਈ ਸਾਹਿਬ ਕਿ ਕਿਹੜੀਆਂ ਮਤਲਬ ਸਰਜਰੀਆਂ ਨਹੀਂ ਸਾਡੀ ਧੀ ਨਾਲ ਹੋਈਆਂ। ਬ੍ਰੋਂਕੋਸਕੋਪੀ ਹੋਈ, ਟ੍ਰੈਕੋਸਟਮੀ ਹੋਈ,
ਮਤਲਬ ਜੋ ਵੀ ਇੱਕ ਮਰੀਜ਼ ਨਾਲ ਇੱਕ ਇਲਾਜ ਹੋ ਸਕਦਾ ਨਾ, ਮਤਲਬ ਐਲਕਮਿਸਟ ਹਸਪੀਟਲ ਨੇ ਸਾਡੀ ਧੀ ਨੂੰ ਬਚਾਉਣ ਲਈ ਉਹ ਸਭ ਕੁਝ ਕੀਤਾ। ਮੈਂ ਕਹਿੰਦਾ ਉਹ ਸਿਰਫ ਫਰਿਸ਼ਤੇ ਹੀ ਸੀ, ਇੱਕ ਰੱਬ ਦੇ ਰੂਪ 'ਚ ਸੀ ਉੱਥੇ ਜਿਹੜੇ ਡਾਕਟਰਾਂ ਨੇ ਜਿਹੜਾ ਨੇ ਕੰਮ ਕੀਤਾ ਕਿ ਸਾਡੀ ਧੀ ਨੂੰ ਬਚਾ ਲਿਆ, ਨਹੀਂ ਤਾਂ ਸਾਡੀ ਧੀ ਦਾ ਬਚਣਾ ਬਹੁਤ ਔਖਾ ਸੀ। ਹੁਣ ਜੋ ਸਾਹ ਲੈ ਰਹੀ ਆ। ਗੱਲ ਕਰੀਏ ਕੋਈ ਇਹਨਾਂ ਦੇ ਉੱਥੇ ਦੇ ਸਹੁਰੇ ਪਰਿਵਾਰ ਚੋਂ ਕੋਈ ਵੀ ਇਹਨਾਂ ਦਾ ਪਤਾ ਲੈਣ ਲਈ ਉੱਥੇ ਹਸਪੀਟਲ ਜਾਂ ਘਰੇ ਆਇਆ ਕਦੇ ਕੋਈ? ਨਹੀਂ, ਇਹ ਸਹੁਰਾ ਪਰਿਵਾਰ ਤਾਂ ਮਤਲਬ ਉਹ ਤਾਂ ਸੀ ਕਿ ਉਹਨਾਂ ਲਈ ਤਾਂ ਬੜਾ ਵਧੀਆ ਹੋ ਗਿਆ ਕਿ ਮਤਲਬ ਇੱਕਦਮ ਕਿ ਧੀ ਹੁਣ ਹਸਪਤਾਲ ਲਾਇਆ ਤਾਂ ਹੁਣ ਇੱਥੋਂ ਪਰਤ ਕੇ ਹੀ ਨਾ ਵਾਪਸ ਆਏ। ਉਹ ਤਾਂ ਨਾ ਉਹਨੂੰ ਉਹਨਾਂ ਦੇ ਮਤਲਬ ਸੱਸ ਸਹੁਰਾ ਨਾ ਉਹਨੂੰ ਕਦੀ ਮਿਲਣ ਆਉਂਦੇ ਸੀ ਨਾ ਕੁਛ ਆਉਂਦੇ ਸੀ। ਸਾਨੂੰ ਹਸਪੀਟਲ ਬਾਰੇ ਪੁੱਛਦੇ ਹੁੰਦੇ ਸੀ ਕਿ ਮਤਲਬ ਭਾਜੀ ਇਹ ਕਿੱਦਾਂ ਮਤਲਬ ਤੁਸੀਂ ਪਰਿਵਾਰ 'ਚ ਮਤਲਬ ਤੁਹਾਡੀ ਆ ਕਿ ਮਤਲਬ ਉਹਨਾਂ ਦੇ ਨਾ ਕੋਈ ਸਹੁਰਾ ਨੂੰ ਕੋਈ ਮਿਲਣ ਆਉਂਦਾ ਨਾ ਕੁਛ ਆਉਂਦਾ ਕਿ ਕੀ ਮਤਲਬ ਹੈਗਾ। ਮਤਲਬ ਬਹੁਤ ਹੀ ਮਤਲਬ ਅਸੀਂ ਇਹ ਨਹੀਂ ਸਮਝਦੇ ਕਿ ਮਤਲਬ ਇਨਸਾਨ ਹੀ ਆ ਕਿ ਜਿਹਨਾਂ 'ਚ ਇੰਨੀਆਂ ਸੰਵੇਦਨਾਵਾਂ ਨਹੀਂ ਵੀ ਆ ਕਿ ਕਿਸੇ ਦੀ ਧੀ ਨੂੰ ਮਤਲਬ ਤੁਸੀਂ ਇੱਥੇ ਕਿ ਲਿਆ ਕੇ ਸੁੱਟ ਦੂੰਗੇ ਕਿ ਮਤਲਬ ਉਹਨੂੰ ਮਤਲਬ ਦੇਖਣ ਵੀ ਨਹੀਂ ਆ ਸਕੇ। ਮਤਲਬ ਇੱਕ ਲੋਕਾਚਾਰੀ ਵੀ ਸੀ। ਅੰਬਾਲੇ ਤੋਂ ਸਾਰੇ ਲੋਕ ਆਉਂਦੇ ਸੀ, ਮਤਲਬ ਜੋ ਵੀ ਇਹਨਾਂ ਦੇ ਮਤਲਬ ਆਂਢੀ ਗੁਆਂਢੀ ਸੀ, ਮਤਲਬ ਯਾਰ ਬੇਲੀ ਸੀ ਹੁੰਦੇ, ਮਤਲਬ ਜੋ ਵੀ ਸਾਨੂੰ ਜਾਣਦੇ ਸੀ ਇਹਨਾਂ ਦੇ ਸਰਕਲ 'ਚ ਨਾ, ਉਹ ਸਾਰੇ ਦੇਖਣ ਆਉਂਦੇ ਸੀ। ਕੋਈ ਨਹੀਂ ਭਾਬੀ ਤੁਸੀਂ ਠੀਕ ਹੋ ਜਾਣਾ, ਭਾਬੀ ਤੁਸੀਂ ਠੀਕ ਹੋ ਜਾਣਾ, ਬੱਚੇ ਠੀਕ ਹੋ ਜਾਣਾ। ਪਰ ਸੱਸ ਸਹੁਰਾ ਨਾਲ ਨਹੀਂ ਹੁੰਦਾ ਸੀ ਕੁਛ ਵੀ ਕਿ ਹਾਂ ਬੱਚਾ ਸਾਡਾ ਬਚ ਜਾਵੇ। ਕਹਿੰਦੇ ਸਾਡੇ ਗੋਡਿਆਂ ਦੀ ਪ੍ਰੋਬਲਮ ਅਸੀਂ ਆ ਨਹੀਂ ਸਕਦੇ। ਮੈਂ ਕਿਹਾ ਚਲੋ ਠੀਕ ਹੈ ਜੀ। ਸੋ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਾਤਾ ਜੀ ਕੀ ਨਾਮ? ਮੇਰਾ ਨਾਮ ਪ੍ਰੇਮ ਹੈ ਜੀ। ਮਾਤਾ ਜੀ ਕਹਿੰਦੇ ਆ ਨਾ ਵੀ ਧੀਆਂ ਤਾਂ ਹਰ ਢਿੱਡ ਦੀ ਗੱਲ ਵੀ ਮਾਂ ਨਾਲ ਕਰ ਲੈਂਦੀਆਂ। ਇੰਨਾ ਲੰਬਾ ਸਮਾਂ ਉੱਥੇ ਤੁਸੀਂ ਜੋ ਦੱਸਦੇ ਬ੍ਰਦਰ ਦੱਸ ਰਹੇ ਇਹਨਾਂ ਦੇ ਵੀ ਹੋਇਆ, ਤੁਹਾਡੇ ਨਾਲ ਕਦੇ ਗੱਲ ਨਹੀਂ ਹੋਈ? ਜੀ ਜਦੋਂ ਇਹਨਾਂ ਦੀ ਸ਼ਾਦੀ ਹੋਈ ਤਾਂ ਫਿਰ ਅਸੀਂ ਅੱਛੀ ਤਰ੍ਹਾਂ ਇਹਨਾਂ ਦੇ ਮਤਲਬ ਉਹਨਾਂ ਦੀ ਡਿਮਾਂਡ ਦੇ ਹਿਸਾਬ ਨਾਲ ਵਧੀਆ ਸ਼ਾਦੀ ਕੀਤੀ ਜਿਸ ਤਰ੍ਹਾਂ ਮਤਲਬ ਉਹ ਚਾਹੁੰਦੇ ਸਨ। ਉਸ ਤੋਂ ਪਹਿਲਾਂ ਤਾਂ ਮਤਲਬ ਠੀਕ ਰਿਹਾ। ਉਸ ਤੋਂ ਬਾਅਦ ਜਦੋਂ ਇਹ ਵਿਆਹੀ ਉਹਨਾਂ ਦੇ ਘਰ ਗਈ ਤੇ ਉਹਨਾਂ ਨੇ ਜ਼ੁਲਮ ਸਤੰਭ ਢਾਣੇ ਸ਼ੁਰੂ ਕਰ ਦਿੱਤੇ ਕਿ ਤੂੰ ਮਤਲਬ ਇੱਕ ਪਿੰਡ 'ਚੋਂ ਆਈ ਦੀ ਹੈ, ਤੂੰ ਪੰਜਾਬੀ ਬੋਲਦੀ ਹੈ, ਤੂੰ ਸਾਡੇ ਸਟੈਂਡਰਡ ਦੇ ਹਿਸਾਬ ਨਾਲ ਨਹੀਂ ਹੈ। ਅਤੇ ਇਹਨੂੰ ਬਹੁਤ ਤੰਗ ਕਰਦੇ ਸੀ। ਮੈਂ ਇਹਨੂੰ ਬਹੁਤ ਵਾਰੀ ਕਿਹਾ, ਮੈਂ ਕਿਹਾ ਪੁੱਤਰ ਇਹੋ ਜਿਹੇ ਘਰਾਂ 'ਚ ਰਹਿਣ ਦਾ ਕੋਈ ਮਤਲਬ ਨਹੀਂ ਹੈ। ਪਰ ਉਹ ਕਹਿੰਦੀ ਮੰਮੀ ਇੰਨੇ ਮਤਲਬ ਪੈਸਾ ਲਗਾ ਕੇ ਮੇਰੇ ਭਰਾਵਾਂ ਛੋਟਿਆਂ ਨੇ ਵਿਆਹ ਕੀਤਾ ਵਾ, ਕਿਉਂਕਿ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ ਅਤੇ ਇਹ ਛੋਟੇ ਛੋਟੇ ਹੀ ਸਨ। ਅਤੇ ਇਹਨਾਂ ਨੇ ਕਿ ਵਿਆਹ ਕੀਤਾ ਅਤੇ ਹੁਣ ਕੋਈ ਗੱਲ ਨਹੀਂ, ਔਖੇ ਸੌਖੇ ਹੋ ਕੇ ਕੋਈ ਗੱਲ ਨਹੀਂ, ਮੈਂ ਇੱਥੇ ਹੀ ਕੱਟੀ ਜਾਂਦੀ ਹਾਂ, ਕੋਈ ਗੱਲ ਨਹੀਂ। ਮੈਂ ਜੇ ਤੁਹਾਡੇ ਕੋਲ ਜਾਵਾਂਗੀ ਤੁਹਾਡੇ 'ਤੇ ਵੀ ਬੋਝ ਬਣਾਂਗੀ ਔਰ ਆਪਣੇ ਭਰਾਵਾਂ 'ਤੇ ਵੀ ਬੋਝ ਬਣਾਂਗੀ। ਮੈਂ ਬੋਝ ਬਣਨਾ ਨਹੀਂ ਚਾਹੁੰਦੀ। ਇਸ ਤਰ੍ਹਾਂ ਹੀ ਬਸ ਆਪਣਾ ਟਾਈਮ ਪਾਸ ਕਰਦੀ ਗਈ। ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹੋ ਜਿਹਾ ਵੀ ਇਹਦੇ ਉੱਤੇ ਟਾਈਮ ਆ ਜਾਏਗਾ ਕਿ ਇਹਨੂੰ ਜੀਂਦਿਆਂ ਜੀਓ ਉਹ ਜਲਾ ਦੇਣਗੇ ਡੀਜ਼ਲ ਪਾ ਕੇ, ਅਤੇ ਇਹ ਨਾ ਜੀਣ ਜੋਗੀ ਰਹੇਗੀ ਨਾ ਇਹ ਮਰਨ ਜੋਗੀ ਰਹੇਗੀ। ਨਾ ਅਸੀਂ ਇਹਨੂੰ ਦੇਖ ਸਕਨੇ ਹਾਂ ਨਾ ਅਸੀਂ ਉਹਨੂੰ ਛੱਡ ਸਕਨੇ ਹਾਂ। ਹੁਣ ਤਾਂ ਇਹ ਪੋਜੀਸ਼ਨ ਆ ਗਈ ਹੈ ਵੀ ਪਤਾ ਹੀ ਨਹੀਂ ਲੱਗਦਾ ਵੀ ਇਹਦੇ ਨਾਲ ਹੁਣ ਕੀ ਮਤਲਬ ਕੀਤਾ ਜਾਵੇ ਜਾਂ ਕੀ। ਨਾ ਇਹ ਜੀਣ ਜੋਗੀ ਨਾ ਇਹ, ਮੈਂ ਕੀ ਕਹਾਂ, ਮੈਂ ਤਾਂ ਮਾਂ ਵਾਂ, ਮੈਂ ਕੁਛ ਵੀ ਨਹੀਂ ਕਹਿ ਸਕਦੀ ਆਪਣੇ ਮੂੰਹ 'ਚ ਵੀ ਕੀ ਕਰਾਂ। ਨਾ ਮੈਂ ਉਹਨੂੰ ਦੇਖ ਸਕਦੀ ਹਾਂ, ਮੈਂ ਦੇਖ ਵੀ ਨਹੀਂ ਸਕਦੀ ਉਹਨੂੰ ਇਸ ਤਰ੍ਹਾਂ ਤਿਲ ਤਿਲ ਜਲਦੇ ਹੋਏ ਮੈਂ ਦੇਖ ਨਹੀਂ ਸਕਦੀ। ਮੇਰੀਆਂ ਆਂਦਰਾਂ ਰੋਂਦੀਆਂ ਵਾ। ਮੈਂ ਕਹਿੰਦੀ ਹਾਂ ਭਗਵਾਨ ਪਤਾ ਨਹੀਂ ਕਿਹੜੇ ਕਰਮਾਂ ਦਾ ਪਾਪ ਆ ਜਿਹੜਾ ਮੇਰੀ ਬੇਟੀ ਭੁਗਤ ਰਹੀ, ਪਰ ਜੇ ਉਹਨਾਂ ਨੇ ਬੁਰਾ ਕੀਤਾ ਵਾ ਭਗਵਾਨ ਉਹਨੂੰ ਸਜ਼ਾ ਜ਼ਰੂਰ ਦੇਵੀਂ, ਇਸ ਜਨਮ 'ਚ ਵੀ ਦੇਵੀਂ, ਅਗਲੇ ਜਨਮਾਂ 'ਚ ਵੀ ਦੇਵੀਂ, ਜੋ ਮੇਰੀ ਬੇਟੀ ਨਾਲ ਇਹਨਾਂ ਨੇ ਕਰ ਦਿੱਤਾ ਵਾ। ਜਿਹੜਾ ਇਹਨਾਂ ਦਾ ਛੋਟਾ ਇੱਕ ਹੋਰ ਬੱਚਾ ਹੈ, ਫਿਲਹਾਲ ਤੁਸੀਂ ਦੱਸ ਰਹੇ ਹੋ ਵੀ ਪ੍ਰੈਗਨੈਂਟ ਨੇ, 2 ਬੱਚੇ ਨੇ, ਟਵਿੰਸ ਨੇ, ਤੇ ਇੱਕ ਛੋਟਾ ਬੱਚਾ ਹੋਰ ਵੀ ਹੈ, ਉਹ ਤੁਹਾਡੇ ਕੋਲ ਹੀ ਹੈ ਫਿਰ? ਹਾਂਜੀ ਸਾਡੇ ਕੋਲ ਹੈ ਜੀ। ਉਹਨਾਂ ਨੇ ਮਤਲਬ ਇਹ ਵੀ ਨਹੀਂ ਕਿ ਮਤਲਬ ਇਹ ਕਿਹਾ ਕਿ ਵੀ ਉਹ ਸਾਡਾ ਬੱਚਾ ਹੈ ਵੀ ਅਸੀਂ ਸੰਭਾਲਨੇ ਆ ਜੇ ਕੋਈ ਕੁਛ ਕਰਨੇ ਆ, ਉਹ ਵੀ ਸਾਡੇ ਕੋਲ ਹੀ ਹੈ। ਸੋ ਇਸ ਭੈਣ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਹਾਲਾਤ ਤੁਹਾਨੂੰ ਦਿਖਾਇਆ ਵੀ ਕਿੰਨੇ ਜ਼ਿਆਦਾ ਇੱਥੋਂ ਦੇ ਹੋ ਚੁੱਕੇ ਆ। ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਜੀ। ਮੈਡਮ ਕੀ ਨਾਮ ਤੁਹਾਡਾ? ਮੇਰਾ ਨਾਮ ਸੁਜਾਤਾ। ਕੀ ਹੋਇਆ ਕੀ ਸੀ ਇੱਦਾਂ ਜਦੋਂ ਵਿਆਹ ਤੋਂ ਕਿੰਨਾ ਟਾਈਮ ਬਾਅਦ ਇਹ ਚੀਜ਼ਾਂ ਹੋਈਆਂ? ਬਸ ਬਾਜੀ ਵਿਆਹ ਹੋਇਆ, ਵਿਆਹ ਤੋਂ ਪਹਿਲਾਂ ਤਾਂ ਸਭ ਠੀਕ ਸੀ। ਵਿਆਹ ਤੋਂ ਬਾਅਦ ਹੀ ਇਹਨਾਂ ਦਾ ਨੈਕਸਟ ਡੇ ਸੇਮ ਡੇ ਹੀ ਸਮਝ ਲਓ ਇਹਨਾਂ ਦਾ ਸ਼ੁਰੂ ਹੋ ਗਿਆ ਸੀ। ਮੈਨੂੰ ਸ਼ਾਇਦ ਲੱਗਦਾ ਸੀ ਕਿ ਸ਼ਾਇਦ ਟਾਈਮ ਦੇ ਹਿਸਾਬ ਨਾਲ ਮੇਰਾ ਮਨ ਸਾਫ਼ ਆ, ਅਸੀਂ ਚੰਗੇ ਘਰਾਂ ਦੇ ਬੱਚੇ ਆ, ਇਹ ਸਮਝਣਗੇ ਸਾਰੇ ਜਣੇ। ਪਰ ਇਹ ਸਭ ਕੁਛ ਇਹਨਾਂ ਨੇ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਮੇਰੇ ਨਾਲ ਟ੍ਰੀਟਮੈਂਟ ਕੀਤਾ ਭਾਜੀ। ਇਹਨਾਂ ਨੇ ਕਦੀ ਮੈਨੂੰ ਕਿਚਨ ਵਿੱਚ ਵੜਨ ਨਹੀਂ ਦਿੱਤਾ। ਮੈਂ ਜਿਸ ਚੀਜ਼ ਨੂੰ ਹੱਥ ਲਾਉਂਦੀ ਉਹੀ ਚੁੱਕ ਕੇ ਅੰਦਰ ਰੱਖ ਦਿੰਦੇ ਸੀ।
ਸਾਰਾ ਦਿਨ ਮੈਨੂੰ ਗਾਲੀ ਗਲੋਚ ਹੀ ਚੱਲਦਾ ਹੁੰਦਾ ਸੀ। ਬਸ ਇਹੀ ਵੀ ਸਾਰੇ ਤਾਨੇ ਮਾਰਦੇ ਸੀ, ਤੇਰੇ ਮਾਪਿਓ ਨੇ ਕੀ ਦਿੱਤਾ, ਤੇਰੇ ਮਾਪਿਓ ਨੇ ਕੀ ਦਿੱਤਾ। ਤੁਸੀਂ ਇੰਨਾ ਪੜ੍ਹੇ ਲਿਖੇ ਹੋ, ਤੁਹਾਡੇ ਬ੍ਰਦਰ ਦੱਸਦੇ ਵੀ ਐਮਏ ਕੀਤੀ ਹੈ, ਬੀਐਡ ਤੁਸੀਂ ਕੀਤੀ ਹੈ, ਤੁਸੀਂ ਇੰਨਾ ਕੁਝ ਸਹਿੰਦੇ ਰਹੇ, ਕੋਈ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਿਸੇ ਪੁਲਿਸ ਨਾਲ ਕਦੇ ਕੰਪਲੇਂਟ ਨਹੀਂ ਕੀਤੀ? ਨਹੀਂ ਭਾਜੀ, ਮੈਂ ਕੁਛ, ਮੇਰੇ ਬ੍ਰਦਰ ਦੋਨੋਂ ਛੋਟੇ ਆ, ਇਹਨਾਂ ਨੇ ਵਿਚਾਰਿਆਂ ਨੇ ਤਾਂ ਜੋੜ ਕੇ ਮੇਰਾ ਵਿਆਹ ਤੇ ਇੰਨਾ ਇਹਨਾਂ ਨੇ ਖਰਚਾ ਕੀਤਾ, ਇੰਨਾ ਸਾਰੀ ਡਿਮਾਂਡਾਂ ਪੂਰੀਆਂ ਕੀਤੀਆਂ। ਮੈਨੂੰ ਇਹ ਸੀ ਕਿ ਸ਼ਾਇਦ ਚਲੋ ਇਹ ਚੀਜ਼ਾਂ ਨਾਲ ਵੱਸ ਜਾਵਾਂਗੇ, ਕਿਉਂਕਿ ਸਾਡੇ ਅਸੀਂ 2 ਭੈਣਾਂ, ਸਾਡੇ ਦੋਨਾਂ ਦਾ ਵਿਆਹ ਇਹਨਾਂ ਨੇ ਕੀਤਾ। ਮੇਰੇ ਮਦਰ ਵੀ ਪ੍ਰਾਈਵੇਟ ਸਕੂਲ 'ਚ ਜੋਬ ਕਰਦੇ ਸੀ, ਕੋਈ ਇੰਨੇ ਸੋਰਸਿਸ ਨਹੀਂ ਸੀ। ਸੋ ਮੈਂ ਅਖੀਰਲਾ ਸਵਾਲ ਹੈ ਵੀ ਤੁਸੀਂ ਹੁਣ ਕੀ ਆਪਣੀ ਤੁਹਾਡੇ ਮੰਗ ਕੀ ਹੈ? ਤੁਸੀਂ ਪੁਲਿਸ ਕੰਪਲੇਂਟ ਵਗੈਰਾ ਕੀਤੀ, ਤੁਹਾਡੀ ਕੀ ਮੰਗ ਕੀ ਹੈ? ਬਸ ਇੱਕ ਮੇਰੀ ਬਸ ਪ੍ਰਸ਼ਾਸਨ ਤੋਂ ਹੀ ਮੰਗ ਕਿ ਮੈਨੂੰ ਇਨਸਾਫ ਮੈਨੂੰ ਦਿੱਤਾ ਜਾਏ। ਮੇਰੇ ਬੱਚੇ, ਮੇਰੇ 2 ਬੱਚੇ ਮੇਰੇ ਆਉਣ ਵਾਲੇ ਆ, ਮੇਰਾ ਇੱਕ ਬੱਚਾ ਹੈ 6 ਸਾਲ ਦਾ। ਮੈਨੂੰ ਉਹਨਾਂ ਦੀ ਪਰਵਰਿਸ਼ ਲਈ ਮੈਨੂੰ ਉਹਨਾਂ ਲਈ ਪਰਵਰਿਸ਼ ਲਈ ਇਨਸਾਫ ਚਾਹੀਦਾ। ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੋ ਦੇਖ ਸਕਦੇ ਹੋ ਭੈਣ ਰੋਂਦੀ ਹੈ ਤੇ ਦੇਖਿਆ ਨਹੀਂ ਜਾ ਰਿਹਾ, ਤੇ ਬਹੁਤ ਜੋ ਹਾਲਾਤ ਨੇ ਘਰ ਦੇ ਇਸ ਟਾਈਮ ਦੇਖੇ ਨਹੀਂ ਜਾ ਰਹੇ। ਸਾਡਾ ਵੀ ਰੋਣਾ ਨਹੀਂ ਰੁਕ ਰਿਹਾ ਇਸ ਗੱਲ ਨੂੰ। ਵੀਰ ਜੀ, ਕੀ ਤੁਹਾਡੀ ਮੰਗ ਕੀ ਹੈ ਹੁਣ ਮੰਗ ਤਾਂ ਇਹੀ ਹੈ ਕਿ ਇੱਕ ਤਾਂ ਜਿਹੜੇ ਵੀ ਸਾਰੇ ਦੋਸ਼ੀ ਨੇ ਉਹਨਾਂ ਨੂੰ ਮਤਲਬ ਸਰਕਾਰ ਉਹਨੂੰ ਬੁੱਕ ਕਰੇ। ਭੈਣ ਹੁਣਾਂ ਨੇ ਜਦੋਂ ਸਾਡੀ ਸਟੇਟਮੈਂਟ ਦਿੱਤੀ ਸੀ, ਉਹਨਾਂ ਦੀ ਸਥਿਤੀ ਤੁਹਾਨੂੰ ਮੈਂ ਦੱਸਿਆ ਬਹੁਤ ਜ਼ਿਆਦਾ ਨਾਜ਼ੁਕ ਸੀ, ਖਰਾਬ ਸੀ, 80-85% ਮਤਲਬ ਆਕਸੀਜਨ 'ਤੇ ਸੀ। ਆਪਣੀ ਸਟੇਟਮੈਂਟ ਵੀ ਪੂਰੀ ਤਰੀਕੇ ਨਾਲ ਨਹੀਂ ਦੇ ਪਾਏ ਸੀਗੇ। ਇੱਕ ਤਾਂ ਅਸੀਂ ਦਰਖਾਸਤ ਦਿੱਤੀ ਹੋਈ ਆ SSP ਸਾਹਿਬ ਨੂੰ ਵੀ, ਮਤਲਬ ਕਿ ਇੱਕ ਤਾਂ ਸਾਡੀ ਧੀ ਦੀ ਪਹਿਲਾਂ ਤਾਂ ਸਟੇਟਮੈਂਟ ਕਰਾਈ ਜਾਏ ਕਿ ਉਹ ਪੂਰੇ ਫੈਕਟ ਫਿਗਰ ਸਾਰੇ ਸਾਹਮਣੇ ਆਉਣ ਕਿ ਕਿਸ ਹਾਲਾਤਾਂ 'ਚ, ਕਿਸ ਸਰਕਮਸਟੈਂਸਿਸ ਦੇ ਥਰੂ ਇਹ ਸਾਰਾ ਮਤਲਬ ਕਿੱਸਾ ਹੋਇਆ, ਕਿੱਸਾ ਵਾਪਰਿਆ, ਕੌਣ ਇਹ 'ਚ ਡਾਇਰੈਕਟਲੀ ਇਨਡਾਇਰੈਕਟਲੀ ਇਨਵੋਲਵ ਸੀ, ਉਹ ਸਾਡੀ ਭੈਣ ਦੱਸਣਾ ਚਾਹੁੰਦੀ ਹੈ। ਅਸੀਂ ਪਹਿਲਾਂ ਦਰਖਾਸਤ ਦਿੱਤੀ ਹੈ। ਦੂਸਰੀ ਅਸੀਂ ਇਹ ਚਾਹੁੰਦੇ ਹਾਂ ਕਿ ਬਸ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਰਕਾਰ ਬੁੱਕ ਕਰੇ, ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਕਿ ਮਤਲਬ ਸਾਡੀ ਧੀ ਨਾਲ ਜੋ ਵਾਪਰਿਆ ਉਹ ਸਮਾਜ ਦੀ ਕਿਸੇ ਵੀ ਧੀ ਨਾਲ ਨਾ ਵਾਪਰੇ, ਕਿ ਸਾਡੀਆਂ ਧੀਆਂ ਜੇ ਵਿਆਹ ਕੇ ਗਈਆਂ ਤਾਂ ਉਹ ਸੁੱਖੀ ਸਾਂਦੀ ਰਹਿਣ, ਖੁਸ਼ ਰਹਿਣ ਆਪਣੇ ਘਰਾਂ 'ਚ। ਉਹਨਾਂ ਦੇ ਉੱਪਰ ਕਿਤੇ ਮਾਰਨ ਦੀ, ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੋਈ ਨਾ ਕਰੇ। ਠੀਕ ਹੈ, ਜੇ ਉਹਨਾਂ ਨੂੰ ਨਹੀਂ ਸੀ ਸਾਡੀ ਧੀ ਪਸੰਦ, ਸਾਨੂੰ ਦੇ ਦਿੰਦੇ, ਸਾਨੂੰ ਸਹੀ ਜਿੱਦਾਂ ਦੀ ਸੀ ਧੀ ਦਿੱਤੀ, ਸਾਨੂੰ ਉੱਦਾਂ ਹੀ ਧੀ ਵਾਪਸ ਦੇ ਦਿੰਦੇ। ਅਸੀਂ ਬਹੁਤ ਕੋਸ਼ਿਸ਼ ਸੀ, ਅਸੀਂ ਧੀ ਨੂੰ ਹੁਣ ਵੀ ਰੱਖ ਸਕਦੇ ਸੀ, ਪਹਿਲਾਂ ਵੀ ਰੱਖ ਸਕਦੇ ਸੀ। ਐ ਥੋੜ੍ਹੀ ਕਿ ਅਸੀਂ 10 ਸਾਲ ਦਿੱਤੀ ਸੀ ਕਿ ਤੁਸੀਂ ਸਾਨੂੰ ਧੀ ਨੂੰ ਸਾਨੂੰ ਇਹ ਕਰਕੇ ਵਾਪਸ ਕਰ ਦਿਓ। ਬਸ ਸਰਕਾਰ ਬਸ ਜੋ ਵੀ ਬੰਦੀ ਕਾਰਵਾਈ ਆ ਉੱਥੇ ਕੀਤੀ ਜਾਏ, ਮਤਲਬ ਸਾਡੀ ਧੀ ਨੂੰ ਇਨਸਾਫ ਦਿਵਾਇਆ ਜਾਏ, ਬਸ ਇਹੀ ਸਾਡੀ ਮੰਗ ਆ ਬਸ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਵੀ ਪਰਿਵਾਰ ਮੰਗ ਕਰ ਰਿਹਾ ਵੀ ਸਾਡੀ ਧੀ ਨਾਲ ਜੋ ਹੈ ਹੋਇਆ ਉਸ ਦਾ ਇਨਸਾਫ ਜ਼ਰੂਰ ਦਿਵਾਇਆ ਜਾਵੇ, ਤਾਂ ਜੋ ਇਹਦੇ ਆਉਣ ਵਾਲੇ ਜਿਹੜੇ ਬੱਚੇ ਨੇ, ਇੱਕ ਇਸ ਟਾਈਮ ਦੀ ਜੋ ਪੋਜੀਸ਼ਨ ਹੈ ਇਸ ਭੈਣ ਦੀ, ਇਹ ਪ੍ਰੈਗਨੈਂਟ ਹੈ, 2 ਟਵਿੰਸ ਇਹਦੇ ਦੱਸੇ ਜਾ ਰਹੇ ਵੀ ਟਵਿੰਸ ਬੱਚੇ ਹੋਣ ਵਾਲੇ, ਇੱਕ ਬੱਚਾ ਆਲਰੇਡੀ ਪਹਿਲਾਂ ਹੋ ਚੁੱਕਾ ਹੈ, ਤੇ ਪਰਿਵਾਰ ਇਨਸਾਫ ਲਈ ਬਾਰ-ਬਾਰ ਗੁਹਾਰ ਲਾ ਰਿਹਾ। ਕੈਮਰਾਮੈਨ ਦਲਜੀਤ ਦੇ ਨਾਲ ਹਰਸ਼ਦੀਪ ਸਿੰਘ, ਔਨ 에ਅਰ।